ਆਓ ਅੱਜ ਸੰਗਰਾਂਦ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਇਹਨਾਂ ਪੰਕਤੀਆਂ ਨੂੰ ਮਿਲ ਕੇ ਪੜ੍ਹੀਏ ਤੇ ਸੁਣੀਏ ਤੇ ਆਤਮਕ ਆਨੰਦ ਲਈ ਵਾਹਿਗੁਰੂ ਅੱਗੇ ਫਰਿਆਦ ਕਰੀਏ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀਅ ਕਰਨ। ਜੋ ਪ੍ਰਭ ਕੀਤੇ ਆਪਣੇ, ਸਈ ਕਹੀਐ ਤਨ। ਆਪਨ ਲੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਸਾਧੂ ਸੰਗ ਪਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਸ੍ਰੀ ਗੁਰੂ ਅਰਜਨ ਦੇਵ ਜੀ ਜੀਵ ਆਤਮਾ ਨੂੰ ਉਸ ਪਰਮਾਤਮਾ ਨਾਲ ਜੁੜਨ ਲਈ ਇੱਕ ਖੋਜ ਦਾ ਉਪਦੇਸ਼ ਕਰ ਰਹੇ ਹਨ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਹੇ ਜੀਵ, ਤੂੰ ਇਸ ਜੇਠ ਦੀ ਗਰਮੀ ਦੇ ਮਹੀਨੇ ਵਿੱਚ ਜਿਸ ਤਰ੍ਹਾਂ ਸਰੀਰ ਦੇ ਲਈ ਬਾਹਰੋਂ ਸੁਵਿਧਾਵਾਂ ਲੱਭਦਾ ਹੈ ਤੇ ਲੈਂਦਾ ਹੈ, ਠੀਕ ਇਸੇ ਤਰ੍ਹਾਂ ਤੂੰ ਆਪਣੇ ਅੰਦਰ ਸਮਾਏ ਵਾਹਿਗੁਰੂ ਦੇ ਨਾਲ ਜੁੜਨ ਦੇ ਲਈ ਸਤ ਸੰਗਤ ਦਾ ਮੇਲਾ ਲੱਭ ਤੇ ਐਸੀ ਬ੍ਰਹਮ ਵਿਦਿਆ ਨੂੰ ਪਰਮਾਤਮਾ ਦੇ ਅੱਗੇ ਲੈਣ ਦੇ ਲਈ, ਬ੍ਰਹਮ ਵਿਦਿਆ ਨੂੰ ਲੈਣ ਲਈ ਪਰਮਾਤਮਾ ਦੇ ਅੱਗੇ ਫਰਿਆਦ ਕਰ। ਉਹ ਪਰਮਾਤਮਾ, ਉਹ ਹਰੀ ਜਿਹੜਾ ਸਾਰਿਆਂ ਤੋਂ ਵੱਡਾ ਹੈ ਤੇ ਜਿਸ ਨਾਲ ਦਿਨ ਰਾਤ, ਸਵੇਰੇ ਸ਼ਾਮ, ਹਰ ਘੜੀ ਹਰ ਪਲ ਸਾਰੇ ਜੀਵ ਜੁੜੇ ਹੋਏ ਹਨ ਤੇ ਉਸ ਅੱਗੇ ਸੀਸ ਨਿਵਾਉਂਦੇ ਹਨ, ਕਿਉਂਕਿ ਪਰਮਾਤਮਾ ਸਭ ਤੋਂ ਵੱਡੀ ਸ਼ਕਤੀ ਹੈ। ਤੇ ਅਸੀਂ ਆਪਣੇ ਅੰਦਰ ਇਸ ਤਰ੍ਹਾਂ ਮਹਿਸੂਸ ਕਰੀਏ ਕਿ ਸਭ ਤੋਂ ਵੱਡਾ ਇਸ ਸਰੀਰ ਨੂੰ ਚਲਾਉਣ ਵਾਲਾ, ਮਨ ਦੇ ਅੰਦਰ ਵਿਚਾਰ ਦੀ ਸ਼ਕਤੀ ਦੇਣ ਵਾਲਾ ਉਹ ਵਾਹਿਗੁਰੂ ਮੇਰਾ ਹੈ। ਭਾਵ ਉਸ ਨਾਲ ਇੱਕ ਪਿਆਰ ਦੀ ਸਾਂਝ ਬਣਾਈਏ। ਜੇਠ ਦੇ ਮਹੀਨੇ ਨਿਰਸੰਦੇਹ ਜੇ ਅਸੀਂ ਆਪਣੇ ਮਨ ਨੂੰ ਗੁਰੂ ਜੀ ਦੇ ਇਹਨਾਂ ਉਪਦੇਸ਼ਾਂ ਦਾ ਆਸਰਾ ਦਈਏ ਤਾਂ ਸਾਡਾ ਮਨ ਇੱਕ ਸ਼ਾਂਤੀ ਦੇ ਮਾਰਗ ਵੱਲ ਯਾਤਰਾ ਕਰਨੀ ਸ਼ੁਰੂ ਕਰ ਦੇਵੇਗਾ। ਜਿਸ ਤਰ੍ਹਾਂ ਪਾਣੀ ਪੀਣ ਦੇ ਸਮਕਾਲ ਹੀ ਪਿਆਸ ਮਿਟਦੀ ਹੈ, ਹਵਾ ਲੈਣ ਦੇ ਸਮਕਾਲ ਹੀ ਸਾਹ ਪ੍ਰਾਣਾਂ ਵਿੱਚ ਜਾਂਦਾ ਹੈ ਤੇ ਜੀਵਨ ਮਿਲਦਾ ਹੈ, ਇਸੇ ਤਰ੍ਹਾਂ ਪਰਮਾਤਮਾ ਨੂੰ ਸੁੱਖ ਸਰੂਪ ਕਰਕੇ ਅਨੁਭਵ ਕਰਨ ਸਮਕਾਲ ਹੀ ਆਨੰਦ ਦੀ ਘਟਾ ਅੰਦਰ ਛਾ ਜਾਂਦੀ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਉਸ ਪਰਮਾਤਮਾ ਦੇ ਪਿਆਰ ਨੂੰ ਕਿੰਨਾ ਸੋਹਣਾ ਸਾਡੇ ਲਈ ਉਲੀਕਿਆ ਹੈ ਕਿ ਉਹ ਪਰਮਾਤਮਾ ਹਿਰਦੇ ਵਿੱਚ ਜਦੋਂ ਆ ਜਾਂਦਾ ਹੈ ਤਾਂ ਜੀਵ ਆਨੰਦ ਨਾਲ ਕਹਿੰਦਾ ਹੈ, ਖੁਸ਼ੀ ਨਾਲ ਕਹਿੰਦਾ ਹੈ ਕਿ ਮੈਂ ਆਪਣੇ ਸਤਿਗੁਰੂ ਦੀ ਬਖਸ਼ਿਸ਼ ਨੂੰ ਪਾਇਆ। ਅਗਲੀ ਪੰਕਤੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਉਹ ਪਰਮਾਤਮਾ ਸਾਡਾ ਸੱਜਣ ਹੈ, ਭਾਵ ਸਾਡਾ ਮਿੱਤਰ ਹੈ, ਸਾਡਾ ਹਿਤੈਸ਼ੀ ਹੈ ਔਰ ਹਰ ਸਮੇਂ ਸਾਡੇ ਨਾਲ ਰਹਿ ਕੇ ਸਾਡਾ ਪਾਲਣ ਪੋਸ਼ਣ ਕਰਦਾ ਹੈ। ਸੱਜਣ ਦਾ ਅਰਥ ਅਗਰ ਅਸੀਂ ਸੰਸਕ੍ਰਿਤ ਦੇ ਅਨੁਸਾਰ ਸਮਝੀਏ
ਤਾਂ ਸਹਿਜਨਾ ਇਤੀ ਸੱਜਣਾ, ਜਿਸ ਦੇ ਨਾਲ ਸਹਿ ਦਾ ਅਰਥ ਹੁੰਦਾ ਹੈ ਜਿਸ ਦੇ ਨਾਲ ਅਸੀਂ ਰਹਿੰਦੇ ਹਾਂ, ਜਿਸ ਤੋਂ ਅਸੀਂ ਜਨਮੇ ਹਾਂ। ਸਹਿ ਜਨ ਤੋਂ ਜਨ ਦਾ ਅਰਥ ਲੈਣਾ ਹੈ ਜੋ ਸਾਨੂੰ ਸਾਡੇ ਨਾਲ ਰਹਿ ਕੇ ਸਾਨੂੰ ਜਿਸ ਨੇ ਜਨਮ ਦਿੱਤਾ ਔਰ ਉਸ ਵਿੱਚ ਆਪਣੀ ਹੋਂਦ ਨੂੰ ਪਾਇਆ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸਭ ਤੋਂ ਪਹਿਲੇ ਹਰੀ ਵਾਹਿਗੁਰੂ ਉਸ ਪਿਆਰੇ ਪਿਤਾ ਦੀ ਜੋਤ ਸਾਡੇ ਸਰੀਰ ਵਿੱਚ ਵਾਸ ਕਰਦੀ ਹੈ। ਫਿਰ ਇਸ ਸਰੀਰ ਦੀ ਬਣਤਰ ਨੂੰ ਪਰਮਾਤਮਾ ਮਾਤਾ ਦੇ ਗਰਭ ਵਿੱਚ ਬਣਾਉਂਦੇ ਹਨ। ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਕੀਓ 10 ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ, ਐਸਾ ਖਸਮ ਹਮਾਰਾ। ਸੋ ਅਸੀਂ ਜਿਸ ਤਰ੍ਹਾਂ ਆਪਣੇ ਮਨ ਨੂੰ ਸੰਸਾਰ ਦੇ ਮਗਰ ਲਾਇਆ ਹੋਇਆ ਹੈ, ਅਸੀਂ ਸੰਸਾਰ ਦਾ ਪੱਲਾ ਪਕੜਨ ਦੀ ਬਜਾਏ, ਸੰਸਾਰ ਦਾ ਆਸਰਾ ਲੈਣ ਦੀ ਬਜਾਏ, ਸੰਸਾਰ ਨਾਲ ਮਮਤਾ ਤੇ ਹੰਗਤਾ ਕਰਨ ਦੀ ਬਜਾਏ, ਅੱਜ ਦੇ ਦਿਨ ਅਸੀਂ ਉਸ ਪਰਮਾਤਮਾ ਦੇ ਅੱਗੇ ਸੀਸ ਨੂੰ ਨਿਵਾਈਏ ਤੇ ਉਸ ਪਰਮਾਤਮਾ ਦੇ ਉਸ ਵੈਰਾਟ ਸਰੂਪ ਵਿੱਚ ਸਮਰਪਿਤ ਹੋ ਜਾਈਏ, ਉਸ ਪਰਮਾਤਮਾ ਦਾ ਪੱਲਾ ਪਕੜ ਲਈਏ। ਔਰ ਇੱਕ ਵਾਰ ਅਸੀਂ ਜੇ ਪਰਮਾਤਮਾ ਦੇ ਓਟ ਆਸਰੇ ਵਿੱਚ ਆਪਣੇ ਮਨ ਨੂੰ ਦ੍ਰਿੜ ਕਰ ਦਿੰਦੇ ਹਾਂ, ਫਿਰ ਸਾਡਾ ਮਨ ਪਰਮਾਤਮਾ ਦੇ ਉਸ ਸੂਤਰਧਾਰ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਫਿਰ ਉਹ ਕਿਸੇ ਹੋਰ ਦੇ ਨਾਲ ਆਪਣੇ ਸੰਬੰਧ ਨੂੰ ਜੋੜਦਾ ਨਹੀਂ ਹੈ। ਅਥਵਾ ਜਦੋਂ ਪਰਮਾਤਮਾ ਸਾਨੂੰ ਆਪਣੀ ਸ਼ਕਤੀ ਦੇ ਕੇ, ਆਪਣਾ ਪਿਆਰ ਦੇ ਕੇ ਆਪਣੇ ਆਂਗਨ ਵਿੱਚ ਲੈ ਲੈਂਦਾ ਹੈ, ਆਪਣੀ ਗੋਦ ਵਿੱਚ ਲੈ ਲੈਂਦਾ ਹੈ, ਤਾਂ ਫਿਰ ਉਹ ਸਾਨੂੰ ਇਹ ਸੰਸਾਰ ਦੇ ਦੁੱਖਾਂ ਵਿੱਚ ਬੰਨ੍ਹਦਾ ਨਹੀਂ ਹੈ। ਭਾਵ ਅਸੀਂ ਦੁੱਖਾਂ ਵਿੱਚ ਨਹੀਂ ਜਾ ਸਕਦੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਅਸੀਂ ਜਿਸ ਤਰ੍ਹਾਂ ਸਰੀਰ ਦੇ ਉੱਤੇ ਕੋਈ ਗਹਿਣਾ ਪਾਉਂਦੇ ਹਾਂ, ਉਂਗਲੀ ਵਿੱਚ ਮੁੰਦਰੀਆਂ, ਹੱਥ ਵਿੱਚ ਚੂੜੀਆਂ, ਬਾਂਹ ਵਿੱਚ ਚੂੜੀਆਂ, ਕੰਨਾਂ ਵਿੱਚ ਵਾਲੀਆਂ, ਕਾਂਟੇ ਇਤਿਆਦਿ, ਅਸੀਂ ਕਿੰਨੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਗਹਿਣੇ ਹਨ ਤੇ ਅਸੀਂ ਸ਼ਿੰਗਾਰ ਕਰਕੇ ਆਪਣੀ ਚਾਲ ਨੂੰ, ਆਪਣੇ ਮਨ ਦੀ ਅਵਸਥਾ ਨੂੰ ਗਹਿਣਿਆਂ ਨਾਲ ਹੀ ਜੋੜ ਲੈਂਦੇ ਹਾਂ। ਕਦੀ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਸਾਡੇ ਅੰਦਰ ਸਭ ਤੋਂ ਕੀਮਤੀ ਪਰਮਾਤਮਾ ਰੂਪੀ ਉਸਦੀ ਸ਼ਕਤੀ ਹੈ। ਕਈ ਵਾਰ ਅਸੀਂ ਐਸਾ ਵਿਚਾਰ ਕਰੀਏ, ਕਈ ਵਾਰ ਅਸੀਂ ਉਸ ਪਰਮਾਤਮਾ ਦੇ ਦਿੱਤੇ ਅੰਗਾਂ ਨੂੰ ਤਾਂ ਭੁੱਲ ਜਾਂਦੇ ਹਾਂ ਕਿ ਅਸੀਂ ਕਦੀ ਸੋਚਿਆ ਹੈ ਕਿ ਕੀਮਤੀ ਉਂਗਲੀ ਹੈ ਕਿ ਮੁੰਦਰੀ ਹੈ, ਕੀਮਤੀ ਬਾਂਹ ਹੈ ਕਿ ਚੂੜੀਆਂ ਹਨ, ਕੀਮਤੀ ਕੰਨ ਹਨ ਕਿ ਮੁੰਦਰਾਂ ਹਨ। ਅਸੀਂ ਜੋ ਪਰਮਾਤਮਾ ਨੇ ਦਿੱਤਾ ਹੈ ਉਸ ਦੀ ਉਸ ਬਖਸ਼ਿਸ਼ ਨੂੰ, ਰਹਿਮਤ ਨੂੰ ਕਦੀ ਮਹਿਸੂਸ ਨਹੀਂ ਕਰਦੇ ਤੇ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਸਭ ਤੋਂ ਕੀਮਤੀ ਸਰੀਰ ਵਿੱਚ ਉਸ ਪਰਮਾਤਮਾ ਦੀ ਸ਼ਕਤੀ ਹੈ ਜੋ ਸਭ ਤੋਂ ਕੀਮਤੀ ਮਾਣਕ ਤੇ ਮੋਤੀ ਹੈ। ਔਰ ਉਸ ਤੋਂ ਕੀਮਤੀ ਜਦੋਂ ਸਾਡੇ ਅੰਦਰ ਪਰਮਾਤਮਾ ਨਾਮ ਰੂਪ ਕਰਕੇ ਵਸ ਜਾਂਦਾ ਹੈ, ਸਿਮਰਨ ਰੂਪ ਕਰਕੇ ਵਸ ਜਾਂਦਾ ਹੈ। ਪ੍ਰਭੂ ਇੱਕ ਨਾਮ ਹੈ, ਪ੍ਰਭੂ ਇੱਕ ਸਿਮਰਨ ਹੈ, ਪ੍ਰਭੂ ਇੱਕ ਅਭਿਆਸ ਨਾਲ ਮਿਲਣ ਵਾਲੀ ਕਿਰਪਾ ਸਾਧਿਆ ਬਖਸ਼ਿਸ਼ ਹੈ। ਇਸ ਲਈ ਸਭ ਤੋਂ ਕੀਮਤੀ ਸਾਡੇ ਲਈ ਪਰਮਾਤਮਾ ਦਾ ਨਾਮ ਹੀ ਮਾਣਕ ਹੈ ਤੇ ਮੋਤੀ ਹੈ। ਇਸ ਲਈ ਅਸੀਂ ਹਰ ਪਲ ਇਹ ਮਹਿਸੂਸ ਕਰੀਏ ਕਿ ਪਰਮਾਤਮਾ ਦੇ ਨਾਮ ਦਾ ਖਜ਼ਾਨਾ, ਪਰਮਾਤਮਾ ਦੇ ਨਾਮ ਦੇ ਗਹਿਣੇ, ਪਰਮਾਤਮਾ ਦੀ ਪਿਆਰ ਦੀ ਉਹ ਸਿਮਰਨ ਵਾਲੀ ਜੋ ਸਾਡੇ ਅੰਦਰ ਰਹਿਮਤ ਹੁੰਦੀ ਹੈ, ਉਹੀ ਸਭ ਤੋਂ ਵੱਡਾ ਸਾਡੇ ਲਈ ਗਹਿਣਾ, ਮਾਣਕ, ਮੋਤੀ ਹੈ। ਔਰ ਉਸ ਨੂੰ ਕੋਈ ਵੀ ਚੋਰ ਚੁਰਾ ਨਹੀਂ ਸਕਦੇ। ਜਿਸ ਤਰ੍ਹਾਂ ਕੋਈ ਦੀਵਾਰ 'ਤੇ ਸੰਨ ਲਗਾ ਕੇ ਚੋਰ ਅੰਦਰ ਜਾ ਕੇ ਕਿਸੇ ਦੀ ਲੁੱਟਮਾਰ ਕਰ ਸਕਦੇ ਹਨ, ਪਰ ਜੋ ਸਾਡੇ ਅੰਦਰ ਆਤਮਕ ਖਜ਼ਾਨਾ ਹੈ, ਆਤਮਕ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਹੈ, ਉਹ ਸਾਡੇ ਤੋਂ ਬਾਹਰ ਦੇ ਕੋਈ ਵੀ ਚੋਰ ਨਹੀਂ ਲੈ ਸਕਦੇ। ਇੱਥੋਂ ਤੱਕ ਜੋ ਸਭ ਤੋਂ ਖਤਰਨਾਕ ਸਾਡੇ ਅੰਦਰ 5 ਚੋਰ ਹਨ, ਉਹ ਵੀ ਜਦੋਂ ਅਸੀਂ ਪਰਮਾਤਮਾ ਦਾ ਆਸਰਾ ਲੈ ਲੈਂਦੇ ਹਾਂ, ਉਸ ਦੇ ਨਾਮ ਵਿੱਚ ਕੁਝ ਪਲ ਬਿਤਾ ਲੈਂਦੇ ਹਾਂ, ਤਾਂ ਨਿਰਸੰਦੇਹ ਵਿਕਾਰ ਵੀ ਦੂਰ ਚਲੇ ਜਾਂਦੇ ਹਨ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਇਹ ਪਰਮਾਤਮਾ ਦਾ ਪਿਆਰ ਅਕਥ ਹੈ, ਸ਼ਬਦਾਂ ਦਾ ਵਿਸ਼ੇ ਹੋ ਕੇ ਵੀ ਸ਼ਬਦ ਅਤੀਤ ਉਸ ਦਾ ਆਨੰਦ ਅੰਦਰ ਮਿਲਦਾ ਹੈ। ਪਰ ਇਸ ਲਈ ਕੁਛ ਦੇਰ ਅਭਿਆਸ, ਧੀਰਜ ਤੇ ਖਿਮਾ ਆਦਿ ਗੁਣ ਧਾਰਨ ਕਰਨੇ ਪੈਂਦੇ ਹਨ ਤੇ ਮਨ ਨੂੰ ਇੱਕ ਠਹਿਰਾਵ ਦੀ ਜ਼ਰੂਰਤ ਹੈ। ਭਗਤ ਜਨਾ ਕੇ ਮਨ ਬਿਸਰਾਮ। ਸੋ ਮਨ ਨੂੰ ਟਿਕਾਵ ਪਰਮਾਤਮਾ ਦੇ ਕੋਲ ਹੀ ਆਉਣਾ ਹੈ। ਹੋਰ ਕਿਧਰੇ ਵੀ ਸਾਡਾ ਮਨ
ਟਿਕੇਗਾ ਨਹੀਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰਾ ਧਾਵਨ ਤੇ ਛੁਟਿਓ, ਘਰ ਬੈਠੋ ਬਿਸਰਾਮ। ਇਸ ਲਈ ਜੇ ਮਨ ਨੂੰ ਸੁੱਖ, ਸ਼ਾਂਤੀ, ਟਿਕਾਵ, ਆਨੰਦ ਚਾਹੀਦਾ ਹੈ ਤਾਂ ਅਸੀਂ ਉਸ ਪਰਮਾਤਮਾ ਦੇ ਨਾਮ ਦਾ ਮਾਣਕ ਮੋਤੀ ਅੰਦਰ ਇਕੱਠਾ ਕਰੀਏ। ਰੰਗ ਸਭੇ ਨਾਰਾਇਣੇ, ਜੇਤੇ ਮਨ ਪਾਵਨ। ਜਦੋਂ ਅਸੀਂ ਬਾਹਰ ਦੇ ਰੰਗਾਂ ਤੋਂ, ਬਾਹਰ ਦੇ ਰੂਪਾਂ ਤੋਂ, ਬਾਹਰ ਦੇ ਚਿੰਨ੍ਹਾਂ ਤੋਂ, ਬਾਹਰ ਦੇ ਵਰਣਾਂ ਤੋਂ, ਬਾਹਰ ਦੀਆਂ ਝੂਠੀਆਂ ਪਛਾਣਾਂ ਤੋਂ ਤੇ ਇਸ ਸਰੀਰ ਦੇ ਰੂਪ ਰੰਗ ਦੇ ਮਾਣ ਨੂੰ ਤਿਆਗ ਦਿਆਂਗੇ। ਕਿਸੇ ਗੁਣੀ ਜਨ ਨੇ ਕਿਹਾ ਹੈ, ਮਿੱਟੀ ਦੇ ਨਜ਼ਾਰੇ ਦੇਖੋ, ਮਿੱਟੀ ਨੂੰ ਸੁਆਰੇ, ਮਿੱਟੀ ਮਿੱਟੀ ਉੱਤੇ ਮਿੱਟੀ ਲਾ, ਮਿੱਟੀ ਨੂੰ ਪੁਚਾਰੇ, ਮਿੱਟੀ ਮਿੱਟੀ ਉੱਤੇ ਮਿੱਟੀ ਦੇਖ, ਮਿੱਟੀ ਨੂੰ ਸੁਆਰੇ, ਮਿੱਟੀ ਮਿੱਟੀ ਉੱਤੇ ਮਿੱਟੀ ਲਾ, ਮਿੱਟੀ ਨੂੰ ਪੁਕਾਰੇ, ਮਿੱਟੀ ਮਿੱਟੀ ਉੱਤੇ ਮਿੱਟੀ ਰਹਿ, ਮਿੱਟੀ ਦੇ ਸਹਾਰੇ, ਮਿੱਟੀ ਮਿੱਟੀ ਉੱਤੇ ਮਿੱਟੀ ਦੇਖ, ਮਿੱਟੀ ਦੇ ਨਜ਼ਾਰੇ, ਮਿੱਟੀ ਮਿੱਟੀ ਉੱਤੇ ਮਿੱਟੀ ਲਾ, ਮਿੱਟੀ 'ਚ ਉਮਰ ਗੁਜ਼ਾਰੇ। ਮਿੱਟੀ, ਇਹ ਸਰੀਰ ਮਿੱਟੀ ਦਾ ਪੁਤਲਾ ਹੈ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ, ਦੌੜਿਓ ਫਿਰਤ ਹੈ। ਸੋ ਮਾਇਆ ਦਾ ਰੰਗ ਨਾਸਵਾਨ ਹੈ ਤੇ ਪਰਮਾਤਮਾ ਦਾ ਰੰਗ ਇੰਨਾ ਵਿਆਪਕ ਹੈ ਕਿ ਜਿੱਥੇ ਜਿੱਥੇ ਜਦੋਂ ਜੀਵ ਦੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਵਿੱਚ ਬਦਲ ਜਾਂਦੀ ਹੈ, ਫਿਰ ਉਸਨੂੰ ਸਾਰਾ ਸੰਸਾਰ ਸਾਰੇ ਰੰਗਾਂ ਰੂਪਾਂ ਵਿੱਚ, ਸਾਰੀ ਕਾਇਨਾਤ ਵਿੱਚ, ਸਾਰੀ ਪ੍ਰਕਿਰਤੀ ਵਿੱਚ ਪਿਆਰਾ ਨਾਰਾਇਣ ਤੇ ਉਸ ਦਾ ਨੂਰ ਨਜ਼ਰ ਆਉਂਦਾ ਹੈ। ਜੋ ਹਰ ਲੋੜੇ ਸੋ ਕਰੇ, ਸੋਈ ਜੀਅ ਕਰਨ। ਉਹ ਪਰਮਾਤਮਾ ਸਰਬ ਸ਼ਕਤੀਮਾਨ ਹੈ ਔਰ ਸਾਰੀ ਕਾਇਨਾਤ ਉਸ ਦੀ ਸ਼ਕਤੀ ਨਾਲ ਜੁੜੀ ਹੈ ਤੇ ਉਸ ਦੇ ਹੁਕਮ ਵਿੱਚ ਬੱਝੀ ਹੋਈ ਹੈ। ਪਰਮਾਤਮਾ ਜੋ ਸੰਕਲਪ ਕਰਦੇ ਹਨ, ਜੀਵ ਉਸੇ ਦੇ ਅਨੁਸਾਰ ਸੰਸਾਰ ਵਿੱਚ ਕਿਰਿਆ ਕਰਕੇ ਵਰਤਦੇ ਹਨ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧਨ। ਉਸ ਪਰਮਾਤਮਾ ਦੇ ਆਂਗਨ ਵਿੱਚ, ਉਸ ਪਰਮਾਤਮਾ ਦੀ ਰਹਿਮਤ ਵਿੱਚ ਜੋ ਉਸ ਦੇ ਸੁਪਾਤਰ ਬਣਦੇ ਹਨ, ਉਸ ਦੇ ਸਿੱਖ ਬਣਦੇ ਹਨ, ਉਸ ਕੋਲੋਂ ਸਿੱਖਿਆ ਲੈਂਦੇ ਹਨ, ਉਸ ਨੂੰ ਪਰਮਾਤਮਾ ਆਪਣਾ ਬਣਾ ਲੈਂਦੇ ਹਨ ਤੇ ਉਸ ਦੀ ਦਰਗਾਹ ਵਿੱਚ ਉਹਨਾਂ ਦੀ ਧੰਨ ਧੰਨ ਹੁੰਦੀ ਹੈ। ਇੱਥੇ ਹੀ ਬਸ ਨਹੀਂ, ਇਸ ਸੰਸਾਰ ਵਿੱਚ ਵੀ ਜੋ ਪ੍ਰਭੂ ਨਾਲ ਜੁੜ ਜਾਂਦੇ ਹਨ, ਇਸ ਸੰਸਾਰ ਵਿੱਚ ਵੀ ਉਹਨਾਂ ਦਾ ਜੋ ਜੀਣ ਦਾ ਇੱਕ ਢੰਗ ਹੈ ਉਹ ਮਰਿਆਦਾ ਅਨੁਸਾਰ ਹੋ ਜਾਂਦਾ ਹੈ ਔਰ ਉਹ ਉਸ ਕਠਿਨ ਚਾਲ ਤੇ ਚੱਲ ਕੇ ਵੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਕਾਮ, ਕ੍ਰੋਧ, ਅਹੰਕਾਰ, ਤਜ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ। ਉਹ ਬਹੁਤ ਬੋਲਦੇ ਨਹੀਂ, ਉਹ ਸੰਸਾਰ ਦੀਆਂ ਗੱਲਾਂ ਵਿੱਚ ਆਪਣੇ ਸਮੇਂ ਨੂੰ ਅੰਜਾਈ ਨਹੀਂ ਗਵਾਉਂਦੇ। ਉਹ ਵਿਕਾਰਾਂ ਦੀ ਇਸ ਅਗਨੀ ਤੋਂ ਪਰੇ ਕਿਧਰੇ ਪਰਮਾਤਮਾ ਦੇ ਉਸ ਅਨੁਭਵ ਦੀ ਸ਼ਾਂਤੀ ਵਿੱਚ ਡੁੱਬ ਜਾਂਦੇ ਹਨ ਤੇ ਉਸ ਸ਼ਾਂਤੀ ਨੂੰ ਆਪਣਾ ਜੀਵਨ ਬਣਾ ਲੈਂਦੇ ਹਨ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ। ਸੋ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਹੜੇ ਜੀਵ ਉਸ ਪਰਮਾਤਮਾ ਦੀ ਰਹਿਮਤ ਅੱਗੇ ਆਪਣੇ ਮਨ ਨੂੰ ਸਮਰਪਿਤ ਕਰਦੇ ਹਨ, ਉਹਨਾਂ ਦੀ ਇਸ ਲੋਕ ਵਿੱਚ ਵੀ ਤੇ ਅਗਲੇ ਲੋਕ ਵਿੱਚ ਵੀ ਧੰਨ ਧੰਨ ਅਰਥਾਤ ਜੈ ਜੈਕਾਰ ਹੁੰਦੀ ਹੈ। ਭਾਵ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਆਪਣ ਲੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ ਕਿ ਜੀਵ ਦੇ ਹੱਥ ਵਿੱਚ ਕੁਝ ਵੀ ਕਰਨ ਦਾ ਬਲ ਨਹੀਂ ਹੈ। ਉਸ ਪਰਮਾਤਮਾ ਦੇ ਅੱਗੇ ਅਸੀਂ ਐਵੇਂ ਹੀ ਆਪਣੇ ਮਨ ਦੀਆਂ ਮਰਜ਼ੀਆਂ ਕਰ ਕਰਕੇ ਪਰਮਾਤਮਾ ਨਾਲ ਵਿਛੋੜਾ ਪਾ ਲੈਂਦੇ ਹਾਂ। ਜੇ ਸਾਡੇ ਆਪਣੇ ਕਰਨ ਨਾਲ ਜੀਵਨ ਮਿਲੇ, ਵਸਤੂਆਂ ਮਿਲਣ, ਵਿਅਕਤੀ ਮਿਲਣ, ਪ੍ਰਸਥਿਤੀਆਂ ਮਿਲਣ, ਸੁਵਿਧਾਵਾਂ ਮਿਲਣ ਤੇ ਫਿਰ ਜਦੋਂ ਇਹ ਵਿਛੜ ਜਾਂਦੀਆਂ ਹਨ ਤੇ ਫਿਰ ਅਸੀਂ ਰੋਂਦੇ ਹਾਂ। ਇਸ ਲਈ ਇਹ ਸਾਡੇ ਵੱਸ ਵਿੱਚ ਕੁਝ ਨਹੀਂ। ਅਸੀਂ ਆਪਣੀ ਮੈਂ ਮੇਰੀ ਦੇ ਦੁੱਖ ਨੂੰ ਰੋਂਦੇ ਹਾਂ। ਇਸ ਦੁੱਖ ਨੂੰ ਮਿਟਾਉਣ ਦੇ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ, ਇਹ ਸੱਚੀ ਵਿਦਿਆ ਲੈਣੀ ਚਾਹੀਦੀ ਹੈ, ਬ੍ਰਹਮ ਵਿਦਿਆ, ਕਿ ਸਭ ਕੁਝ ਪਰਮਾਤਮਾ ਦਾ ਦਿੱਤਾ ਸਾਨੂੰ ਮਿਲਿਆ ਹੈ। ਇਸ ਵਿੱਚ ਮੈਂ ਮੇਰਾ ਕੁਛ ਨਹੀਂ ਹੈ। ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा, क्या लागे मेरा। साधु संग प्राप्ते नानक रंग माणन। ਜਿਸ ਨੂੰ ਇਸ ਜੀਵਨ ਵਿੱਚ ਪਰਮਾਤਮਾ ਪ੍ਰਾਰਬਧ ਵਿੱਚ ਸਾਧੂਆਂ ਦੀ ਸੰਗਤ
ਸਤ ਸੰਗਤ ਦਾ ਮੇਲਾ ਦੇ ਦਿੰਦਾ ਹੈ, ਉਹ ਆਨੰਦ ਰੂਪੀ ਉਸ ਪਰਮਾਤਮਾ ਦੇ ਰੂਪ ਵਿੱਚ ਮਸਤ ਹੋ ਜਾਂਦੇ ਹਨ। ਹਰ ਰਸ ਪੀਵੈ ਅਲਮਸਤ ਮਤਵਾਰਾ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਇਸ ਲਈ ਜੀਵਨ ਨਾਮ ਰਸ ਹੈ, ਜੀਵਨ ਭਗਤੀ ਰਸ ਹੈ, ਜੀਵਨ ਆਤਮਾ ਦਾ ਰਸ ਲੈਣ ਲਈ ਮਿਲਿਆ ਹੈ, ਆਤਮ ਅਨੁਭਵ ਕਰਨ ਲਈ ਮਿਲਿਆ ਹੈ। ਚੱਕਰ ਚੇਹਨ ਅਰ ਬਰਨ ਜਾਤੇ ਅਰ ਪਾਤ ਨਹਿਨ ਜੈ, रूप रंग अर रेख पेख को कह न सकत कह, अचल मूरत अनभव प्रकाश अमित ओज कही जय, कोट इंद्रिंद्रान सहा सहान गरीजै। परमात्मा एक नाम दी मस्ती है, परमात्मा अंदर एक वजद ते एक सच्ची उसकी रंगण दी खुमारी है। इसलिए आपां इस जेठ दे महीने दे विच हंकार दी गर्मी नूं त्याग के, हंगता दी गर्मी नूं त्याग के उस परमात्मा दे रंग विच अपने मन नूं रंगण लई अभ्यास करिए, नाम अभ्यास करिए, ब्रह्म विद्या प्राप्त करिए ते उस परमात्मा दे अगे उसदे जाचक बन के उस कोलों गुरु जी का उपदेश सुनन लई फरियाद करते रहा करिए। हर जेठ रंगीला तिस तणी जिसकै पाग मथानी। सतगुरु श्री गुरु अर्जन देव जी समझा रहे ने कि ये जेठ का महीना उन्हां दे लई बहुत सुहावना ते खुशीदायक आनंददायक हुंदा है, जिसनूं परमात्मा अपने नाम का खजाना दे दिंदे हन। सब तो वड्डा खजाना उस परमात्मा का ज्ञान, परमात्मा की भगती ते परमात्मा का प्यार है। आओ जेठ दे महीने असी परमात्मा अगे अपने मस्तक नूं झुकाईए ते श्री गुरु अर्जन देव जी दे उस महान उपदेश नूं नतमस्तक होइए, जिन्हां ने सानूं परमात्मा दे मिलण लई इन्ना अनमोल ज्ञान का खजाना, बाणी का खजाना दिता है। श्री गुरु अर्जन देव जी के चरणों में प्रणाम करते हाँ।